ਕਿਹਾ ਗਿਆ ਤੁਸੀਂ ਇੱਕ ਕੰਮ ਕਰੋ ਕਿ ਇਸਲਾਮ ਕਬੂਲ ਕਰ ਲਓ, ਕਿਉਂਕਿ ਇਸਲਾਮ ਧਰਮ ਦੇ ਅੰਦਰ ਜਿਤਨੇ ਵੀ ਇਹ ਨਵਾਬ ਹੋਏ, ਬਾਦਸ਼ਾਹ ਹੋਏ, ਇਹਨਾਂ ਨੇ ਇੱਕੋ ਹੀ ਇਰਾਦਾ ਰੱਖਿਆ ਵੀ ਜਿਹੜਾ ਸਾਡੇ ਕੋਲ ਆ ਜਾਏ ਉਹ ਜਿਹਨੂੰ ਅਸੀਂ ਫੜੀਏ ਉਹ ਸਾਡੇ ਕੋਲ ਆ ਕੇ ਕੇਵਲ ਇਸਲਾਮ ਕਬੂਲ ਕਰ ਲਵੇ ਤੇ ਫਿਰ ਉਸਦੇ ਸਾਰੇ ਗੁਨਾਹ ਮਾਫ ਕਰ ਦਿੱਤੇ ਜਾਣ। ਉਹਨਾਂ ਦਾ ਇਰਾਦਾ ਸੀ ਸਾਰੀ ਦੁਨੀਆ ਨੂੰ ਇਸਲਾਮ 'ਚ ਲਿਆਉਣਾ। ਸਾਹਿਬਜ਼ਾਦਾ ਨੂੰ ਕਈ ਤਰੀਕੇ ਦੇ ਨਾਲ ਪੁੱਛਿਆ ਗਿਆ, ਇੱਥੇ ਤੱਕ ਕਿ ਪਹਿਲੇ ਦਿਨ ਸਾਹਿਬਜ਼ਾਦਾ ਨੂੰ ਇਸਲਾਮ 'ਚ ਲਿਆਉਣ ਵਾਸਤੇ ਕਹਿੰਦੇ ਗੁਲੇਲੇ ਮਾਰੇ ਗਏ, ਉਹਨਾਂ ਨੂੰ ਕੋੜੇ ਮਾਰੇ ਗਏ, ਸਰੀਰ ਉਸ ਦਿਨਾਂ ਵੀ ਕਹਿੰਦੇ ਜ਼ਖਮੀ ਹੋ ਗਿਆ। ਇੱਥੇ ਤੱਕ ਕਿ ਬਾਬਾ ਫਤਿਹ ਸਿੰਘ ਦੀ ਅੱਖ ਦੇ ਉੱਤੇ ਇੱਕ ਗੁਲੇਲਾ ਲੱਗਿਆ, ਉਹਨਾਂ ਨੇ ਅੱਖ ਨੂੰ ਫੜ ਲਿਆ। ਸੁੱਚਾ ਨੰਦ ਪੁੱਛਦਾ ਪੀੜ ਹੋ ਰਹੀ ਹੈ, ਇਹ ਸਾਰੇ ਦਰਦ ਦੂਰ ਹੋ ਜਾਣਗੇ, ਤੁਸੀਂ ਇੱਕ ਕੰਮ ਕਰੋ ਕਿ ਇਸਲਾਮ ਨੂੰ ਕਬੂਲ ਕਰ ਲਓ, ਵਜ਼ੀਰ ਖਾਨ ਤੁਹਾਨੂੰ ਬਖਸ਼ ਦੇਗਾ। ਸਾਹਿਬਜ਼ਾਦਾ ਨੇ ਆਖਿਆ ਕਿ ਕਿਹੜੇ ਧਰਮ ਦੀਆਂ ਗੱਲਾਂ ਕਰਦੇ ਹੋ, ਅਸੀਂ ਆਪਣੇ ਧਰਮ 'ਚ ਪੱਕੇ ਹਾਂ, ਆਪਣੇ ਧਰਮ 'ਚ ਅਡੋਲ ਰਵਾਂਗੇ। ਇੱਥੇ ਤੱਕ ਵੀ ਕਿਹਾ ਗਿਆ ਸਾਹਿਬਜ਼ਾਦਾ ਨੂੰ ਕਿ ਤੁਹਾਡੇ ਪਿਤਾ ਨੂੰ ਚਮਕੌਰ ਸਾਹਿਬ ਦੇ ਵਿੱਚ ਘੇਰ ਕੇ ਫੜ ਕੇ ਅਸੀਂ ਉਹਨਾਂ ਨੂੰ ਕਤਲ ਕਰ ਦਿੱਤਾ ਹੈ, ਮਾਰ ਦਿੱਤਾ ਹੈ, ਹੁਣ ਤੁਸੀਂ ਬਚੇ ਹੋ, ਤੁਸੀਂ ਆਪਣੇ ਆਪ ਦੀ ਵੰਸ਼ ਨੂੰ ਬਚਾ ਲਓ। ਸਾਰਾ ਦਿਨ ਕਚਹਿਰੀ ਲੱਗੀ ਰਹੀ, ਖਿੱਚੋ ਤਾਣ ਚੱਲਦੀ ਰਹੀ। ਸਾਹਿਬਜ਼ਾਦੇ ਟੱਚ ਤੋਂ ਮਸ ਨਾ ਹੋਏ, ਬਿਲਕੁਲ ਵੀ ਡੋਲੇ ਨਾ, ਕਿਉਂਕਿ ਉਹਨਾਂ ਨੇ ਇਹ ਪਾਠ ਪੜ੍ਹਿਆ ਸੀ ਕਿ ਸੋ ਡਰੈ ਜੇ ਪਾਪ ਕਮਾਉਣ ਦਾ ਧਰਮੀ ਵਿਕਸੇਤ। ਉਹ ਡਰਦਾ ਜਿਹੜਾ ਪਾਪ ਕਰਦਾ, ਜਿਹੜਾ ਧਰਮ ਕਰਦਾ। ਉਹ ਕਹਿੰਦੇ ਨਵਾਬ ਅਸੀਂ ਡਰਦੇ ਨਹੀਂ ਤੇਰੇ ਕੋਲੋਂ। ਇਸ ਤਰੀਕੇ ਦੇ ਨਾਲ ਪਹਿਲੇ ਦਿਨ ਕਚਹਿਰੀ ਲੱਗਦੀ ਹੈ, ਦੂਜੇ ਦਿਨ ਫਿਰ ਜਾਂਦੇ ਨੇ ਪਿਆਰ ਵਾਲਿਓ, ਦੂਜੇ ਦਿਨ ਫਿਰ ਉਹੀ ਗੱਲਾਂ, ਪੁਲਿਸ ਵਾਲੇ ਲੈਣ ਵਾਸਤੇ ਆਉਂਦੇ ਨੇ। ਅਗਲਾ ਦਿਨ ਚੜ੍ਹਿਆ ਤੇ ਇੱਕ ਗੱਲ ਕਹੀ ਸਿਪਾਹੀਆਂ ਨੇ, ਮਾਂ ਬੱਚਿਆਂ ਨੂੰ ਸਮਝਾ ਲਿਆ? ਕਹਿੰਦੇ ਹਾਂ ਸਮਝਾ ਲਿਆ, ਔਰ ਮੈਨੂੰ ਆਸ ਹੈ ਕਿ ਇਹ ਮੇਰੀ ਸਿੱਖਿਆ ਉੱਤੇ ਅਡੋਲ ਰਹਿਣਗੇ, ਡੋਲਣਗੇ ਨਹੀਂ, ਮੇਰੀ ਸਿੱਖਿਆ ਨੂੰ ਭੁੱਲਣਗੇ ਨਹੀਂ। ਮਾਤਾ ਜੀ ਨੇ ਬੜੇ ਧੀਰਜ ਨਾਲ ਕਿਹਾ ਕਿ ਤੂੰ ਕਹਿ ਰਿਹਾ ਕਿ ਹਾਂ ਬੱਚਿਆਂ ਨੂੰ ਸਮਝਾ ਲਿਆ, ਹਾਂ ਮੈਂ ਬੱਚਿਆਂ ਨੂੰ ਸਮਝਾ ਲਿਆ, ਜਿਹੜੀ ਸਿੱਖਿਆ ਦਿੱਤੀ ਹੈ ਮੈਨੂੰ ਆਸ ਹੈ ਕਿ ਮੇਰੀ ਇਸ ਸਿੱਖਿਆ ਦੇ ਉੱਤੇ ਇਹ ਅਡੋਲ ਰਹਿਣਗੇ, ਇਹ ਡੋਲਣਗੇ ਨਹੀਂ, ਮੇਰੀ ਸਿੱਖਿਆ ਨੂੰ ਭੁੱਲਣਗੇ ਨਹੀਂ। ਬੜੇ ਧੀਰਜ ਨਾਲ ਮਾਤਾ ਗੁਜਰੀ ਨੇ ਸਿਪਾਹੀਆਂ ਨੂੰ ਕਿਹਾ ਵੀ ਜਿਹੜੀ ਗੱਲ ਮੈਂ ਸਮਝਾਈ ਹੈ ਨਾ ਸਾਹਿਬਜ਼ਾਦਾ ਨੂੰ, ਇਹ ਨਹੀਂ ਡੋਲ ਸਕਦੇ, ਮੈਨੂੰ ਆਸ ਹੈ ਪੂਰੀ। ਪਿਆਰ ਵਾਲਿਓ, ਉਸ ਦਿਨ ਫਿਰ ਕਚਹਿਰੀ ਵਿੱਚ ਜਾਂਦੇ ਨੇ ਸਾਹਿਬਜ਼ਾਦੇ, ਫਿਰ ਪੇਸ਼ੀ ਹੁੰਦੀ ਹੈ। ਅੱਜ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਹੈ, ਛੋਟਾ ਦਰਵਾਜ਼ਾ ਟਾਕੀ ਖੋਲ੍ਹੀ ਜਾਂਦੀ ਹੈ, ਔਰ ਇਹ ਯਤਨ ਹੈ ਕਿ ਇੱਕ ਵਾਰੀ ਜਦੋਂ ਉਹ ਸਿਰ ਅੱਗੇ ਕਰਨਗੇ ਤਾਂ ਉਸ ਵੇਲੇ ਅਸੀਂ ਤਾੜੀਆਂ ਮਾਰ ਕੇ ਆਖ ਦੇਵਾਂਗੇ ਦੇਖੋ ਸਾਹਿਬਜ਼ਾਦਾ ਨੇ ਧਰਮ ਕਬੂਲ ਕਰ ਲਿਆ, ਵੀ ਸਾਡੇ ਅੱਗੇ ਝੁਕ ਗਏ ਹਨ। ਹੁਣ ਸਾਹਿਬਜ਼ਾਦਿਆਂ ਨੇ ਇੱਕ ਦੂਜੇ ਵੱਲ ਵੇਖਿਆ, ਜਦੋਂ ਸਿਪਾਹੀ ਲੈ ਕੇ ਜਾ ਰਹੇ ਨੇ, ਦਰਵਾਜ਼ੇ ਕੋਲ ਪਹੁੰਚੇ, ਜਦੋਂ ਇੱਕ ਦੂਜੇ ਵੱਲ ਵੇਖਦੇ ਨੇ ਪਿਆਰ ਵੱਲ ਸੱਚ ਜਾਣਨਾ, ਉਸ ਵੇਲੇ ਬਾਬਾ ਜ਼ੋਰਾਵਰ ਸਿੰਘ ਜੀ ਪਹਿਲ ਕਰਦੇ ਨੇ ਕਿ ਪਹਿਲਾਂ ਆਪਣਾ ਇੱਕ ਪੈਰ ਅੱਗੇ ਕਰਦੇ ਨੇ, ਫਿਰ ਦੂਜਾ ਪੈਰ ਅੱਗਾ ਕਰਦੇ ਨੇ, ਔਰ ਇਸ ਤਰ੍ਹਾਂ ਜੋ ਹੈ ਸੂਬੇ ਦੀ ਕਚਹਿਰੀ ਵਿੱਚ ਪ੍ਰਵੇਸ਼ ਕਰ ਜਾਂਦੇ ਨੇ। ਬਿਲਕੁਲ ਇਸ ਤਰ੍ਹਾਂ ਹੀ ਬਾਬਾ ਫਤਿਹ ਸਿੰਘ ਜੀ ਪ੍ਰਵੇਸ਼ ਕਰਦੇ ਨੇ। ਦਰਵਾਜ਼ੇ 'ਤੇ ਪ੍ਰਵੇਸ਼ ਹੁੰਦੇ ਹੀ ਸਾਰ ਫਿਰ ਗੱਜ ਕੇ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਬੜੇ ਹੈਰਾਨ ਨੇ ਕਿ ਕੱਲ੍ਹ ਬੱਚਿਆਂ ਨੂੰ ਤਸੀਹੇ ਦਿੱਤੇ ਸੀ, ਮਾਤਾ ਜੀ ਨੂੰ ਵੀ ਸੁਨੇਹਾ ਭੇਜਿਆ ਸੀ ਕਿ ਆਪਣੇ ਬੱਚਿਆਂ ਨੂੰ ਸਮਝਾ ਲਿਓ, ਜੇ ਆਪਣੇ ਕੁੱਲ ਨੂੰ ਰੱਖਣਾ ਹੈ ਤੇ ਇਹ ਧਰਮ ਛੱਡ ਦੇਣ ਤੇ ਸਾਡੀ ਈਨ ਮੰਨ ਲੈਣ, ਵੀ ਮਾਤਾ ਜੀ ਨੇ ਇਹਨਾਂ ਨੂੰ ਸਮਝਾਇਆ ਨਹੀਂ। ਉਸ ਦਿਨਾਂ ਵੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਇੱਥੇ ਤੱਕ ਕਿ ਜਦੋਂ ਮਲੇਰਕੋਟਲੇ ਦੇ ਨਵਾਬ ਨੂੰ ਆਖਿਆ ਗਿਆ ਕਿ ਤੁਹਾਡਾ ਭਰਾ ਨਾਹਨ ਖਾਨ, ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਾਨ ਨੇ ਚਮਕੌਰ ਸਾਹਿਬ ਦੀ ਗੜੀ ਵਿੱਚ ਕਤਲ ਕਰ ਦਿੱਤਾ, ਤੁਹਾਡਾ ਇੱਕ ਭਾਂਜਾ ਜਿਹੜਾ ਸੀ ਉਹ ਕਤਲ ਕਰ ਦਿੱਤਾ, ਤੁਸੀਂ ਉਹਨਾਂ ਦੋਨਾਂ ਦਾ ਬਦਲਾ ਲਓ, ਦੋ ਸਾਹਿਬਜ਼ਾਦਿਆਂ ਤੋਂ। ਅੱਜ ਤੁਹਾਡੇ ਕੋਲ ਵਕਤ ਹੈ, ਜੋ ਸਜ਼ਾ ਤੁਹਾਨੂੰ ਲੱਗਦਾ ਉਹ ਸਜ਼ਾ ਇਹਨਾਂ ਨੂੰ ਦਿਓ, ਤੁਹਾਡੀ ਇੱਛਾ ਹੈ। ਮਲੇਰਕੋਟ ਦੇ ਨਵਾਬ ਨੇ ਗੱਲ ਆਖੀ, ਕਹਿੰਦੇ ਨੇ ਮੈਂ ਬਦਲਾ ਜ਼ਰੂਰ ਲਵਾਂਗਾ, ਪਰ ਇਹਨਾਂ ਮਾਸੂਮਾਂ ਤੋਂ ਨਹੀਂ, ਮੈਂ ਇਹਨਾਂ ਦੇ ਪਿਤਾ 'ਤੇ ਲਵਾਂਗਾ। ਜੇ ਪਿਤਾ ਜੀ ਇਹਨਾਂ ਦੇ ਕਿਤੇ ਮਿਲਣਗੇ ਮੈਂ ਜ਼ਰੂਰ ਬਦਲਾ ਲਵਾਂਗਾ, ਪਰ ਇਹਨਾਂ ਦਾ ਉਹਦੇ ਵਿੱਚ ਕੋਈ ਦੋਸ਼ ਨਹੀਂ, ਸਾਹਿਬਜ਼ਾਦਾ ਦਾ ਕੋਈ ਗੁਨਾਹ ਨਹੀਂ। ਔਰ ਇਹ ਗੱਲ ਕਹਿੰਦੇ ਆ ਕਿ ਇਹ ਅਸਲ ਦੇ ਅੰਦਰ
ਛੋਟੇ ਬੱਚੇ ਨੇ ਤੇ ਸਾਡਾ ਇਸਲਾਮ ਛੋਟੇ ਬੱਚਿਆਂ ਨੂੰ ਜਾਂ ਬਜ਼ੁਰਗ ਨੂੰ ਦੁੱਖ ਦੇਣ ਵਾਸਤੇ ਇਸਲਾਮ ਨਹੀਂ ਮੰਨਦਾ। ਇਸਲਾਮ ਦੀ ਸਿੱਖਿਆ ਕਬੂਲ ਨਹੀਂ ਕਰਦੀ ਇਹ ਗੱਲਾਂ। ਇਹ ਗੱਲ ਕਹਿ ਕੇ ਹਾਂ ਦਾ ਨਾਰਾ ਮਾਰਦੇ ਆ, ਹਾਂ ਬਦਲਾ ਜ਼ਰੂਰ ਲਵਾਂਗਾ, ਪਰ ਇਹਨਾਂ ਸਾਹਿਬਜ਼ਾਦਿਆਂ ਤੋਂ ਨਹੀਂ, ਇਹਨਾਂ ਦੇ ਪਿਤਾ ਤੋਂ ਲਵਾਂਗਾ। ਮਲੇਰਕੋਟਲੇ ਦਾ ਨਵਾਬ ਕਹਿੰਦੇ ਉੱਠ ਕੇ ਚਲਾ ਜਾਂਦਾ ਹੈ। ਹੁਣ ਜਿਹੜਾ ਸੁੱਚਾ ਨੰਦ ਉਹਦਾ ਦੀਵਾਨ ਹੈ, ਉਹ ਕਹਿੰਦਾ ਹੈ ਸਾਹਿਬਜ਼ਾਦਿਆਂ ਨੂੰ ਕਿ ਵਜ਼ੀਰ ਖਾਨ ਨੇ ਮਲੇਰਕੋਟਲੇ ਦੇ ਨਵਾਬ ਨੂੰ ਕਿਹਾ ਸੀ, ਪਰ ਨਵਾਬ ਨੇ ਤੁਹਾਡੇ ਬਾਰੇ ਕਿਹਾ ਵੀ ਇਹਨਾਂ ਨੂੰ ਛੱਡ ਦਿੱਤਾ ਜਾਏ। ਮੰਨ ਲਓ ਤੁਹਾਨੂੰ ਛੱਡ ਦਿੱਤਾ ਜਾਏ, ਤੁਸੀਂ ਕੀ ਕਰੋਗੇ? ਸਾਹਿਬਜ਼ਾਦਿਆਂ ਨੂੰ ਆਖਿਆ ਗਿਆ। ਸਾਹਿਬਜ਼ਾਦੇ ਕਹਿੰਦੇ ਨੇ ਵਜ਼ੀਰ ਖਾਨ ਨੂੰ ਮੁਖਾਤਿਬ ਹੋ ਕੇ, ਕਹਿੰਦੇ ਸਾਨੂੰ ਛੱਡ ਦਿੱਤਾ ਜਾਏਗਾ, ਅਸੀਂ ਜੰਗਲਾਂ ਵਿੱਚ ਜਾਵਾਂਗੇ, ਨਗਰਾਂ ਵਿੱਚ ਜਾਵਾਂਗੇ, ਸਿੱਖਾਂ ਨੂੰ ਇਕੱਠੇ ਕਰਾਂਗੇ, ਫੌਜ ਤਿਆਰ ਕਰਾਂਗੇ ਔਰ ਤੁਹਾਡੇ ਨਾਲ ਆ ਕੇ ਲੜਾਈ ਕਰਾਂਗੇ। ਕਹਿੰਦੇ ਫਿਰ ਤੁਸੀਂ ਫੜੇ ਜਾਓਗੇ ਔਰ ਫਿਰ ਤੁਹਾਨੂੰ ਛੱਡ ਦਿੱਤਾ ਜਾਏ। ਕਹਿੰਦੇ ਫਿਰ ਛੱਡ ਦਿੱਤਾ ਜਾਏ, ਫਿਰ ਅਸੀਂ ਇਹੀ ਕਰਾਂਗੇ, ਜਿੰਨਾ ਚਿਰ ਜ਼ੁਲਮ ਖਤਮ ਨਹੀਂ ਹੋ ਜਾਂਦਾ ਉਨਾ ਚਿਰ ਅਸੀਂ ਜ਼ਾਲਮ ਨਾਲ ਲੜਦੇ ਰਹਾਂਗੇ। ਅਸੀਂ ਆਰਾਮ ਨਾਲ ਬੈਠਣ ਵਾਲੇ ਨਹੀਂ ਹਾਂ। ਸਾਡਾ ਮਕਸਦ ਹੈ ਜ਼ੁਲਮ ਨੂੰ ਖਤਮ ਕਰਨਾ। ਅਸੀਂ ਉਹਨਾਂ 'ਚ ਲੜਦੇ ਰਹਿਣਗੇ। ਤੇ ਉਸ ਵੇਲੇ ਸੁੱਚਾ ਨੰਦ ਨੇ ਕਿਹਾ ਸੀ, ਦੇਖੋ ਇਹ ਇਤਨੇ ਛੋਟੇ ਨੇ, ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ, ਇਸ ਕਰਕੇ ਹੁਣੇ ਹੀ ਇਹਨਾਂ ਦੇ ਮੂੰਹ ਨੂੰ ਮਸਲ ਦੇਣਾ ਚਾਹੀਦਾ ਹੈ। ਔਰ ਇਸ ਤਰ੍ਹਾਂ ਜੋ ਕਹਿੰਦੇ ਇਹ ਤੁਹਾਡੇ ਘਰ ਦੇ ਵਿੱਚ ਆ ਕੇ ਇੱਥੇ ਬਗਾਵਤ ਕੀਤੀ ਹੈ ਔਰ ਇਹ ਫਤਵਾ ਲਾ ਕੇ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ। ਉਸ ਵੇਲੇ ਕਾਜੀ ਨੇ, ਜੋ ਸਭ ਤੋਂ ਵੱਡਾ ਕਾਜੀ ਸੀ, ਉਸਨੇ ਫਿਰ ਫਤਵਾ ਤਿਆਰ ਕੀਤਾ ਔਰ ਤਿਆਰ ਕਰਕੇ ਸਾਹਿਬਜ਼ਾਦਾ ਨੂੰ ਕਚਹਿਰੀ ਦੇ ਅੰਦਰ ਇਹ ਸਜ਼ਾ ਸੁਣਾ ਦਿੱਤੀ ਵੀ ਕੱਲ੍ਹ ਨੂੰ ਤੁਹਾਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦੇਵਾਂਗੇ, ਨਹੀਂ ਤਾਂ ਆਪਣੀ ਵਿਚਾਰ ਕਰ ਲਓ, ਧਰਮ ਕਬੂਲ ਕਰ ਲਓ ਇਸਲਾਮ ਨੂੰ, ਤੁਹਾਨੂੰ ਛੱਡ ਦਿੱਤਾ ਜਾਏਗਾ, ਤੁਹਾਨੂੰ ਸ਼ਹਿਜ਼ਾਦੀਆਂ ਦਿੱਤੀਆਂ ਜਾਣਗੀਆਂ, ਚੰਗੇ ਡੋਲੇ ਦਿੱਤੇ ਜਾਣਗੇ, ਨਵਾਬੀਆਂ ਦਿੱਤੀਆਂ ਜਾਣਗੀਆਂ, ਤੁਹਾਨੂੰ ਸਾਰੇ ਸੁੱਖ ਦਿੱਤੇ ਜਾਣਗੇ, ਹਰ ਇੱਕ ਸੁੱਖ ਤੁਹਾਡੀ ਝੋਲੀ ਵਿੱਚ ਪਏਗਾ। ਔਰੰਗਜ਼ੇਬ ਨੂੰ ਆ ਕੇ ਅਸੀਂ ਤੁਹਾਨੂੰ ਬਾਦਸ਼ਾਹ ਤੱਕ ਬਣਾ ਦੇਵਾਂਗੇ, ਇਸ ਕਰਕੇ ਤੁਸੀਂ ਦੀਨ ਇਸਲਾਮ ਨੂੰ ਕਬੂਲ ਕਰ ਲਓ ਔਰ ਇਹ ਵਿਚਾਰ ਕਰ ਲਓ। ਸਾਹਿਬਜ਼ਾਦੇ ਉਸ ਦਿਨ ਵੀ ਨਾ ਡੋਲੇ। ਫਿਰ ਇੱਕ ਹੋਰ, ਕਿਉਂਕਿ ਸ਼ਾਮ ਤੱਕ ਕਚਹਿਰੀ ਚੱਲਦੀ ਰਹੀ, ਵਿਚਾਰ ਚਰਚਾ ਅੰਦਰ ਚੱਲਦੀ ਰਹੀ, ਇੱਕ ਹੋਰ ਵਿਚਾਰ ਕੀਤੀ ਗਈ ਵੀ ਸਾਹਿਬਜ਼ਾਦਿਆਂ ਨੂੰ ਪਰਖਿਆ ਜਾਏ ਕਿ ਇਹਨਾਂ ਦਾ ਮਾਨਸਿਕ ਸੰਤੁਲਨ ਕੀ ਹੈ। ਉਮਰ ਵਿੱਚ ਛੋਟੇ ਨੇ ਪਰ ਇਹਨਾਂ ਦੀ ਵਿਚਾਰਧਾਰਾ ਕੀ ਹੈ। ਉਮਰ ਭਾਵੇਂ ਛੋਟੀ ਹੈ, ਨਿਆਣੇ ਨੇ। ਉਸ ਵੇਲੇ ਕਹਿੰਦੇ ਨੇ ਇੱਕ ਮਠਿਆਈ ਦੀ ਦੁਕਾਨ, ਖਿਡੌਣਿਆਂ ਦੀ ਦੁਕਾਨ, ਇੱਕ ਤੇ ਸ਼ਸਤਰ ਸਜੇ ਨੇ। ਸਾਹਿਬਜ਼ਾਦਿਆਂ ਨੂੰ ਬਾਹਰ ਆਖਿਆ ਗਿਆ ਵੀ ਕਿਹੜੇ ਤੁਹਾਨੂੰ ਖਿਡੌਣੇ ਪਸੰਦ ਨੇ, ਕਿਹੜੀ ਮਠਿਆਈ ਛਕੋਗੇ? ਨਾ ਸਾਹਿਬਜ਼ਾਦੇ ਖਿਡੌਣੇ ਨੂੰ ਹੱਥ ਪਾਉਂਦੇ ਨੇ, ਭੁੱਖੇ ਪਾਣੇ ਨੇ, ਮਠਿਆਈ ਨੂੰ ਵੀ ਹੱਥ ਨਹੀਂ ਪਾਉਂਦੇ। ਤੁਸੀਂ ਵੇਖੋ ਨਾ ਕਿ ਕੋਈ ਟੋਫੀ ਵੀ ਦੇ ਰਿਹਾ ਹੋਏ ਤੇ ਬੱਚੇ ਟੁੱਟ ਕੇ ਪੈ ਜਾਂਦੇ ਆ ਵੀ ਚਲੋ ਇੱਕ ਟੋਫੀ ਤੇ ਮਿਲ ਰਹੀ ਸਾਨੂੰ। ਪਰ ਇਹਨਾਂ ਸਾਹਿਬਜ਼ਾਦਿਆਂ ਵਿੱਚ ਐਡੀ ਜੀਵਨ ਦੇ ਵਿੱਚ ਬਿਲਕੁਲ ਨਿਸ਼ਕਾਮਤਾ ਹੈ, ਕੋਈ ਲਾਲਚ ਨਹੀਂ। ਨਾ ਮਠਿਆਈ ਨੂੰ ਹੱਥ ਪਾਇਆ, ਨਾ ਖਿਡੌਣਿਆਂ ਨੂੰ ਹੱਥ ਪਾਇਆ, ਕਿਉਂਕਿ ਖਿਡੌਣਿਆਂ ਤੋਂ ਖੇਡਣ ਵਾਲੀ ਉਮਰ ਹੈ 7 ਤੇ 9 ਸਾਲ। ਸਾਡੇ 7 ਤੇ 9 ਸਾਲ ਦੇ ਬੱਚੇ ਘਰਾਂ 'ਚ ਹੁੰਦੇ ਨੇ, ਖਿਡੌਣੇ ਛੱਡਦੇ ਨਹੀਂ ਹਨ। ਪਰ ਤੁਸੀਂ ਵੇਖੋਗੇ ਉਹਨਾਂ ਨੂੰ ਵੀ ਤਿਆਗ ਕੇ ਔਰ ਜਾ ਕੇ ਨਾ ਬੰਦੂਕਾਂ ਨੂੰ ਹੱਥ ਪਾ ਲਿਆ। ਉਸ ਵੇਲੇ ਉਹ ਸਮਝ ਗਏ ਭਾਵੇਂ ਉਮਰ ਨਿਆਣੀ ਹੈ ਪਰ ਇਹਨਾਂ ਦੀ ਵਿਚਾਰਧਾਰਾ ਉੱਚੀ ਹੈ। ਵਾਪਸ ਚਲੇ ਜਾਂਦੇ ਨੇ, ਸਾਰੀ ਗੱਲਬਾਤ ਦਿੰਦੀ ਹੁੰਦੀ ਹੈ ਔਰ ਉਹ ਜਾ ਕੇ ਮਾਤਾ ਗੁਜਰੀ ਜੀ ਨੂੰ ਦੱਸਦੇ ਨੇ। ਉਹ ਪੁੱਛਦੇ ਨੇ, ਬੇਟਾ ਅੱਜ ਕੀ ਹੋਇਆ, ਮੈਨੂੰ ਦੱਸੋ ਤੇ ਸਹੀ, ਤੁਸੀਂ ਡੋਲੇ ਤੇ ਨਹੀਂ? ਆਖਣ ਲੱਗੇ ਨਹੀਂ, ਵਜ਼ੀਰ ਖਾਨ ਨੇ ਬੜਾ ਡੁਲਾਉਣ ਦਾ ਯਤਨ ਕੀਤਾ, ਸਾਨੂੰ ਇਹ ਵੀ ਆਖਿਆ ਕਿ ਕੱਲ੍ਹ ਨੂੰ ਤੁਹਾਨੂੰ ਨੀਹਾਂ ਵਿੱਚ ਚਿਣ ਦੇਵਾਂਗੇ, ਅਜੇ ਵੀ ਵਿਚਾਰ ਕਰ ਲਓ, ਇਸਲਾਮ ਨੂੰ ਕਬੂਲ ਕਰ ਲਓ। ਅਗਲਾ ਦਿਨ ਫਿਰ ਚੜ੍ਹਦਾ ਹੈ, ਫਿਰ ਕਚਹਿਰੀ ਵਿੱਚ ਇੱਕ ਵਾਰੀ ਪੇਸ਼ੀ ਹੁੰਦੀ ਹੈ। ਇਹ ਹੋ ਸਕਦਾ ਰਾਤ ਨੂੰ ਮਾਤਾ ਜੀ ਨੇ ਸਮਝਾ ਦਿੱਤਾ ਹੋਵੇ ਵੀ ਸ਼ਾਇਦ ਹੋ ਸਕਦਾ ਕਿ ਇਹ ਇਸਲਾਮ ਨੂੰ ਕਬੂਲ ਕਰ ਲੈਣ, ਇਸ ਕਰਕੇ ਪੇਸ਼ੀ ਹੁੰਦੀ ਹੈ। ਪਰ ਸਾਹਿਬਜ਼ਾਦੇ ਆਪਣੇ ਧਰਮ ਵਿੱਚ ਦ੍ਰਿੜ ਰਹਿੰਦੇ ਨੇ। ਪਰ ਜਦੋਂ ਸਾਹਿਬਜ਼ਾਦੇ ਉੱਥੋਂ ਤੁਰਦੇ ਨੇ ਤੇ ਮਾਤਾ ਜੀ ਇੱਕ ਗੱਲ ਆਖਦੇ ਨੇ ਆਪਣੇ ਲਾਲਾਂ ਨੂੰ, ਆਪਣੇ ਪੋਤਰਿਆਂ ਨੂੰ, ਕਹਿੰਦੇ ਨੇ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ। ਮੇਰੇ ਬੱਚਿਓ,
क्योंकि अज तुसी वापस नहीं आना। पता है साहिबजादा ने धर्म त्यागना नहीं तो उन्होंने नीहां दे विच जन्म देना जालमां ने। माता जी कहते ने आओ बेटा जानने से पहले गले से लगा तो लूँ, केसों को कंघी करूँ जरा मुँह धोआ तो लूँ। आओ कि थाडे केसां नूं कंघी कर देवां, थाडे मुँह धो देवां, प्यारे से सरों पे नन्नी सी कलगी लगा तो दूँ। थाडे छोटे छोटे सिर ने, मेरा मन है कि थाडे सिरां ते ना मैं छोटी जी कलगी लगा दूँ। जो बच्चा ब्याण वास्ते जाता है ना तो असी कलगी लाने हैं। माँ कहती है अजे तुसी लाड़ी मौत नूं ब्याण जाना है ना तो मैं थोड़े सिर के उत्ते कलगी ला देवां छोटी जी। कहते ने मरने से पहले तुम्हें दूल्हा बना तो लूँ, मरण तो पहला पाओ कि लाड़ी मौत तो ब्याण तो पहला माता जी कहते ने कहते थानू दूल्हा बना के तैयार करके सजा के मैं भेजना चाहती हाँ। रो रो के मात गुजरी ने अरास्त किया, तीरों कमान तेग के परास्त किया। आओ कि इस तरह मन के अंदर भावें जो बाहरों नहीं रो रहे पर अंदरों गल तो है ना। क्योंकि एक दिन प्यार वाले सच जानना, जो बाबा फतेह सिंह 2 साल के सन उस वेले माता जी तो अकाल चलाना कर गए सन। जो 2 साल के सन, 2 साल के बच्चे नूं माँ गुजरी ने दादी ने पालिया। सियाणे कहते ने भी बच्चे जिहड़े ने ना वो माँ की गोद विच पलन तो चंगा हुंदा है, पर 2 साल के पुत्रे नूं माता गुजरी जी ने पालिया सी। और इन्नी छोटी उम्र दे विच पालन वाली दादी जिहड़ी है वो दादी का प्यार भी दिंदी है, माँ का प्यार भी दिंदी है। किन्नियां रातां माता गुजरी 2 साल के बालक नूं अपने कोल सौंदियां गुजारियां ने। मावां बच्चों नूं मिठाइयां देंदियां ने, बाजियां देंदियां ने। और फतेह सिंह नूं माँ जी ने एक खिडौना दिता सी, खिडावा दिता सी। और वो खिडावा जिहड़ा सी भाई चोपा सिंह सी, वो घोड़ा बन के ना बाबा फतेह सिंह नूं अपने पिठ ते बिठा के ना खेडे करते सन उसदे नाल। एक दिन खेडते खेडते पता नहीं मन विच की आया फतेह सिंह दे, कहन लगे कहने मैं अपनी माँ नूं मिलना है, मैं अज नहीं खेडना चोपा सिंह दे नाल, मैं घोड़े ते नहीं बहना। हुण देखो माँ गुजरी दे उत्ते की बीती होएगी। आख्या कि मैं अज खेडना नहीं पर मैं अपनी माँ कोल जाना, मेरी माँ कित्थे है। अज माँ की याद आ गई। प्यार वालों सच जानना ते माता गुजरी जी कहते ने कि माता सचखंड चली गई। 2 साल का बच्चा कहना मैं भी सचखंड जाना है। हुण 2 साल के बच्चे नूं की पता सचखंड किनू कहते हैं। माँ जानती है ना, वृद्ध माता वो जानती भी सचखंड किसनू कहते हैं। कहते मैं भी सचखंड जाना है, मैनू भी नाल लैके चलो। इस तरीके दे नाल प्यार वालिओ माँ ने लाड लडाया, समझाया बड़ा। बड़ी मुश्किल ते गल समझ विच आई जदों लाडलियां नूं तोरन लगे ने। भाई सोहन सिंह सीतल ने बड़ी प्यारी गल्लां लिखियां। कहंदे तुर पे दोवें लाडले जद फतेह बुला के। ते आखिरी दिन है जदों हुण जाके नीहां विच इन्हां नूं चिण देना जालमां ने। आखिरी फतेह बुला के माता गुजर कौर जी नूं हुण अगे फतेह दी सांझ नहीं होनी। कहने ने तुर पे दोवें लाडले जद फतेह बुला के, बार आखिरी माँ के चरनी हथ ला के। माता गुजर कौर जी के चरणों में हथ लाया और जो फतेह बुला के तुर गए। कहते ने बूहे विचों परत के बोले मुस्कुरा के। जदों बूहे ते पहुँच गए ना ठंडे बुरज के दरवाजे ते, पिछे हट के वेख्या मुस्कुरा के, बड़े खुश हो के साहिबजादे माँ नूं देख रहे। किते देखना एक पासे दादी खलोती है ठंडे बुरज ते वो बूहे दे ते जाके अपनी दादी नूं मुस्कुरा के वेख रहे हैं। पर दादी जानती है कि अज मेरे पुत्रां दे उत्ते की होना है। कहते ने बूहे विच परत के बोले मुस्कुरा के, माँ उड़ीकांगे असी सचखंड जाके। माँ तेरी उड़ीक करांगे असी सचखंड दे विच, असी सचखंड जाना है, उत्थे तेरी उड़ीक करनी है। पर ना आउणा तुसां ने बहुता चिर ला के। माँ दादीए बहुता समा ना लाना, असी चले हाँ, तुसी भी नाल नाल साडे पिछे आ जाना।
ਕਹਿੰਦੇ ਪਰ ਨਾ ਆਉਣਾ ਤੁਸਾਂ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ। ਕਿਤੇ ਐਸਾ ਨਾ ਹੋਵੇ ਅਸੀਂ ਉੱਥੇ ਪਹੁੰਚ ਜਾਈਏ, ਅਸੀਂ ਉੱਥੇ ਥੱਕ ਜਾਈਏ ਤੁਹਾਡੀ ਉਡੀਕ ਕਰਦੇ ਕਰਦੇ, ਤੁਸੀਂ ਛੇਤੀ ਆਉਣਾ। ਕਹਿੰਦੇ ਸਾਡਾ ਜੀ ਨਹੀਂ ਲੱਗਣਾ, ਮਾਂ ਛੇਤੀ ਆਉਣਾ, ਨਹੀਂ ਤਾਂ ਰੁਸ ਪਊ ਫਤਿਹ ਸਿੰਘ। ਕਹਿੰਦੇ ਨੇ ਤੂੰ ਹਾਂ ਜੀ ਪਰਚਾਣਾ। ਕਹਿਣ ਲੱਗੇ ਬਾਬਾ ਜ਼ੋਰਾਵਰ ਸਿੰਘ ਜੀ ਆਪਣੀ ਗੱਲ ਨਹੀਂ ਕਰਦੇ, ਕਿਉਂਕਿ ਤੁਸੀਂ ਦੇਖੋ ਨਾ ਘਰਾਂ ਦੇ ਵਿੱਚ ਕੋਈ ਗੱਲ ਹੋਵੇ ਨਾ, ਤੇ ਜਿਹੜਾ ਛੋਟਾ ਬੱਚਾ ਹੁੰਦਾ ਨਾ ਉਸ ਨੂੰ ਮੁਖਾਤਿਬ ਕਰਕੇ ਗੱਲ ਕੀਤੀ ਜਾਂਦੀ ਹੈ ਵੀ ਇਹ ਛੋਟਾ ਬੱਚਾ ਰੁੱਸ ਜਾਏਗਾ, ਗੁੱਸਾ ਹੋ ਜਾਵੇਗਾ, ਸਾਡੀ ਗੱਲ ਨਾ ਸੁਣੋ, ਇਸ ਦੀ ਤੇ ਗੱਲ ਸੁਣ ਲਓ ਨਾ, ਇੱਦਾਂ ਕਹਿੰਦੇ ਨਾ ਆਪਾਂ। ਹੁਣ ਬਾਬਾ ਜ਼ੋਰਾਵਰ ਸਿੰਘ ਆਪਣੀ ਗੱਲ ਨਹੀਂ ਕਰਦੇ, ਮਾਤਾ ਜੀ ਨੂੰ ਕਹਿੰਦੇ ਨੇ ਨਹੀਂ ਤਾਂ ਫਤਿਹ ਸਿੰਘ ਨੇ ਰੁੱਸ ਜਾਣਾ ਹੈ, ਗੁੱਸੇ ਹੋ ਜਾਣਾ ਹੈ ਮਾਤਾ ਜੀ, ਤੇ ਤੁਸੀਂ ਇੱਦਾਂ ਕਰਨਾ ਵੀ ਛੇਤੀ ਉੱਥੇ ਆਉਣਾ, ਅਸੀਂ ਉਡੀਕਾਂਗੇ ਉੱਥੇ ਜਾ ਕੇ। ਇਸ ਤਰੀਕੇ ਨਾਲ ਗੱਲਾਂ ਬਾਤਾਂ ਚੱਲਦੀਆਂ ਨੇ। ਆਓ ਕਿ ਇਹ ਕਹਿਣ ਦਾ ਮਕਸਦ ਸੀ, ਔਰ ਇੱਕ ਤਰੀਕੇ ਦੇ ਨਾਲ ਆਪਣੇ ਸ਼ਬਦਾਂ ਦੇ ਵਿੱਚ ਮਾਤਾ ਜੀ ਨੂੰ ਧਮਕੀ ਵੀ ਦੇਣੀ ਸੀ ਵੀ ਮਾਂ ਅਸੀਂ ਜਾ ਰਹੇ ਹਾਂ ਤੇ ਤੁਸੀਂ ਵੀ ਛੇਤੀ ਆਉਣਾ ਸਾਡੇ ਪਿੱਛੇ, ਸੱਚਖੰਡ ਵਿੱਚ ਤੁਹਾਡੀ ਉਡੀਕ ਕਰਾਂਗੇ। ਬਾਬਾ ਜ਼ੋਰਾਵਰ ਸਿੰਘ ਨੇ ਫਿਰ ਕਿਹਾ ਸਾਡਾ ਜੀ ਨਹੀਂ ਲੱਗਣਾ, ਮਾਂ ਛੇਤੀ ਆਉਣਾ, ਨਹੀਂ ਤਾਂ ਰੁਸ ਪਊ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਮਿੰਨਤਾਂ ਕਰ ਕਰ ਅੰਬੀਏ ਫਿਰ ਪਊ ਮਨਾਉਣਾ। ਤੈਨੂੰ ਬਾਬਾ ਫਤਿਹ ਸਿੰਘ ਦੀ ਮਿੰਨਤਾਂ ਕਰਨੀਆਂ ਪੈਣੀਆਂ, ਇਹਨੂੰ ਮਨਾਉਣਾ ਪੈਣਾ, ਇਹ ਛੇਤੀ ਮੰਨਦਾ ਨਹੀਂ। ਕਹਿੰਦੇ ਤੇਰੇ ਬਾਝੋਂ ਲੋਰੀਆਂ ਦੇ ਕਿਨੇ ਸਵਾਣਾ। ਕਹਿੰਦੇ ਮਾਂ ਗੁਜਰੀ ਇਹ ਫਤਿਹ ਸਿੰਘ ਨੂੰ ਲੋਰੀਆਂ ਦੇ ਕੇ ਤੂੰ ਸਵਾਉਂਦੀ ਰਹੀ ਨਾ, ਇਸ ਨੂੰ ਕਿਸ ਨੇ ਸਵਾਣਾ ਹੈ, ਕੋਈ ਹੈ ਨਹੀਂ ਹੋਰ ਸਵਾਉਣ ਵਾਲਾ। ਇਸ ਤਰੀਕੇ ਦੇ ਨਾਲ ਗੱਲਾਂ ਕਰਦੇ ਨੇ। ਕਹਿੰਦੇ ਤੇਰੀ ਗੋਦੀ ਆਵਾਜ਼ ਨਾਲ ਸੱਚਖੰਡ ਵੀ ਪਾਉਣਾ, ਕਿ ਮਾਂ ਤੇਰੀ ਗੋਦੀ ਤੋਂ ਬਗੈਰ ਤਾਂ ਸਾਨੂੰ ਸੱਚਖੰਡ ਵੀ ਚੰਗਾ ਨਹੀਂ ਲੱਗਣਾ। ਤੇਰੀ ਗੋਦੀ ਵਿੱਚ ਜੋ ਪਿਆਰ ਹੈ ਹੋ ਸਕਦਾ ਸੱਚਖੰਡ ਵਿੱਚ ਵੀ ਉਹ ਪਿਆਰ ਨਾ ਹੋਵੇ। ਇਸ ਤਰ੍ਹਾਂ ਸਾਹਿਬਜ਼ਾਦੇ ਗੱਲਾਂ ਕਰਦੇ ਨੇ। ਕਹਿੰਦੇ ਸੁਣ ਕੇ ਮੂਰਤ ਪਿਆਰ ਦੀ ਉੱਠੀ ਵੱਲ ਲਾ ਕੇ ਮਾਤਾ ਗੁਜਰੀ ਜੀ ਉੱਠ ਪਏ, ਜਿੱਥੇ ਬੈਠੇ ਸਨ ਨਾ ਠੰਡੇ ਵਿੱਚ ਖੜੇ ਹੋ ਗਏ, ਹਿੰਮਤ ਨਹੀਂ ਹੈ। ਸੁਣਦੇ ਹਾਂ ਅਸੀਂ ਸਾਡਾ ਸਰੀਰ ਟੁੱਟਦਾ। ਜਦੋਂ ਇਹ ਗੱਲਾਂ ਹੁੰਦੀਆਂ ਉੱਥੇ ਹੋ ਰਹੀਆਂ ਨੇ, ਵਰਤ ਰਹੀਆਂ ਨੇ, ਉਸ ਵੇਲੇ ਦਾ ਹਾਲ। ਕਹਿੰਦੇ ਵਿੱਚ ਦਲੀਜਾਂ ਜਾ ਖਲੀ ਬਾਹੀ ਹੱਥ ਪਾ ਕੇ ਮਾਤਾ ਗੁਜਰ ਕੌਰ ਜਿੱਥੇ ਸਾਹਿਬਜ਼ਾਦਿਆਂ ਨੇ ਗੱਲ ਕਹੀ ਸੀ ਉਸ ਦਹਿਲੀਜ਼ 'ਤੇ ਆ ਕੇ ਖੜ ਗਏ ਅਤੇ ਬਾਹੀ ਨੂੰ ਫੜ ਲਿਆ, ਦਰਵਾਜ਼ੇ ਦੀ ਜਿਹੜੀ ਬਾਹੀ ਹੁੰਦੀ ਹੈ ਨਾ ਉਸ ਨੂੰ ਫੜ ਲਿਆ। ਕਹਿੰਦੇ ਰੁਕ ਗਈ ਮਮਤਾ ਤੜਫਦੀ ਬੁੱਲਾਂ ਤੱਕ ਆ ਕੇ। ਮਮਤਾ ਜਾਗੀ ਸੀ ਅੰਦਰ ਸਾਹਿਬਜ਼ਾਦਿਆਂ ਦੇ ਪ੍ਰਤੀ, ਪਰ ਬੁੱਲਾਂ ਤੱਕ ਆ ਕੇ ਉਹ ਜਿਹੜੀ ਮਮਤਾ ਸੀ ਨਾ ਉਹ ਉੱਥੇ ਹੀ ਰੁਕ ਗਈ, ਉੱਥੇ ਹੀ ਰੁਕ ਗਈ। ਕਹਿਣਾ ਚਾਹੁੰਦੇ ਸਨ ਮਾਤਾ ਜੀ ਪਰ ਕਹਿ ਨਾ ਸਕੇ। ਕਹਿੰਦੇ ਨੇ ਰੁਕ ਗਈ ਮਮਤਾ ਤੜਫਦੀ ਬੁੱਲਾਂ ਤੱਕ ਆ ਕੇ, ਪੀ ਲਏ ਹੰਝੂ ਅੰਦਰੇ ਉਹ ਡੀਕਾਂ ਲਾ ਕੇ। ਕਹਿੰਦੇ ਜਿਹੜੇ ਹੰਝੂ ਸਨ ਆਪਣੇ ਅੰਦਰ ਨੂੰ ਹੀ ਪੀ ਲਏ ਮਾਤਾ ਜੀ ਨੇ, ਗੱਲ ਕਹਿ ਨਾ ਸਕੇ ਆਪਣੀ। ਪੀ ਲਏ ਹੰਝੂ ਅੰਦਰੇ ਡੀਕਾ ਲਾ ਕੇ, ਦੇ ਦਾਬੂ ਸਬਰ ਦੇ ਰਖ ਦਰਦ ਦਬਾ ਕੇ। ਆਓ ਕਿ ਆਪਣੇ ਆਪ ਦੇ ਅੰਦਰ ਸਬਰ ਕੀਤਾ, ਆਪਣੇ ਦਰਦ ਨੂੰ ਅੰਦਰ ਹੀ ਦਬਾ ਲਿਆ। ਭਾਣਾ ਮਨ ਅਕਾਲ ਦਾ ਬੋਲੀ ਮੁਸਕਰਾ ਕੇ। ਕੈਸੇ ਹਾਲ ਹੋਣਗੇ, ਅੰਦਰ ਰੋਣ ਨੂੰ ਦਿਲ ਕਰਦਾ ਪਰ ਰੋ ਵੀ ਨਹੀਂ ਸਕਦੇ, ਚਿੱਤ ਕਰਦਾ ਰੋਈਏ ਪਰ ਰੋ ਵੀ ਨਹੀਂ ਸਕਦੇ। ਉਸ ਹਾਲਤ ਦੇ ਵਿੱਚ ਪਿਆਰ ਵਾਲੋ ਸੱਚ ਜਾਣਨਾ, ਮਾਂ ਨੇ ਸਾਰੇ ਗਮ ਅੰਦਰ ਦਬ ਲਏ ਮਾਤਾ ਗੁਜਰ ਕੌਰ ਜੀ ਨੇ, ਔਰ ਮੁਸਕਰਾ ਕੇ ਬੋਲੇ ਨੇ। ਕਹਿੰਦੇ ਚਲੋ ਮੇਰੇ ਹੀਰਿਓ ਮੈਂ ਮਗਰੋਂ ਆਵਾਂ, ਮੇਰੇ ਹੀਰੇ ਵਰਗੇ ਪੁੱਤੋ ਚਲੋ ਤੁਸੀਂ। ਕਹਿੰਦੇ ਪੁੱਤਾਂ ਪਿੱਛੋਂ ਜੋ ਜਿਉਂਦਿਆਂ ਕਦ ਮਾਵਾਂ। ਕਹਿੰਦੇ ਪੁੱਤਰਾਂ ਤੋਂ ਬਿਨਾਂ ਜਿਉਂਦਿਆਂ ਕਿੱਥੇ ਰਹਿੰਦੀਆਂ ਨੇ ਮਾਵਾਂ। ਕਹਿੰਦੇ ਪੁੱਤਰਾਂ ਉਦਾਲੇ ਰਾਮਕਾਰ ਮਾਵਾਂ ਦੀਆਂ ਬਾਵਾਂ, ਮਾਂ ਪੁੱਤਰਾਂ ਦੀ ਸਾਂਝ ਜੋ ਚਾਨਣ ਪਰਛਾਵਾਂ। ਕਿ ਮਾਂ ਪੁੱਤਰਾਂ ਦੀ ਛਾਂ ਤਾਂ ਇੱਦਾਂ ਜਿਵੇਂ ਚਾਨਣ ਤੇ ਪਰਛਾਵਾਂ ਹੁੰਦਾ ਹੈ। ਕਹਿੰਦੇ ਤੁਸੀਂ ਚਲੋ ਮੇਰੇ ਹੀਰਿਓ, ਮੈਂ ਤੁਹਾਡੇ ਪਿੱਛੇ ਪਿੱਛੇ ਆਉਂਦੀ ਹਾਂ। ਕਹਿੰਦੇ ਨੇ ਜਿੱਧਰ ਉੜਦੇ ਹੰਸ ਉੱਧਰ ਜਾਂਦੀਆਂ ਛਾਵਾਂ। ਕਹਿੰਦੇ ਤੋਰ ਕਰਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਮਾਂ ਗੁਜਰੀ ਬਹੁਤ ਵੱਡੀ ਸੱਟ ਹੈ, ਮਨ ਹੀ ਮਨ ਸੋਚ ਕੇ ਵੇਖੋ ਕਿ ਤੂੰ ਜਰ ਲਾਏਂਗੀ। ਮਾਂ ਗੁਜਰੀ ਬਹੁਤ ਵੱਡੀ ਸੱਟ ਹੈ ਕਿ ਤੂੰ ਜਰ ਲਾਏਂਗੀ। ਅਤੇ ਮਾਂ ਗੁਜਰੀ ਅੰਦਰੋਂ ਕਹਿੰਦੀ ਹੈ ਹਾਂ ਜਰ ਲਵਾਂਗੀ। ਦੇਖੋ ਅੰਦਰੋਂ ਇੱਕ ਵਿਚਾਰ ਪੈਦਾ ਹੁੰਦਾ ਹੈ, ਅੰਦਰੋਂ ਖਿਆਲ ਪੈਦਾ ਹੁੰਦਾ ਹੈ ਕਿ ਮਾਂ ਗੁਜਰੀ ਇਤਨੀ ਵੱਡੀ ਸੱਟ ਹੈ, ਤੇਰੇ ਪੋਤਰੇ ਅੱਜ ਨੀਹਾਂ 'ਚ ਚਿਣੇ ਜਾਣੇ ਨੇ, ਕਿ ਇਸ ਗੱਲ ਨੂੰ ਬਰਦਾਸ਼ਤ ਕਰ ਲਾਂਗੀ ਤੂੰ। ਪਿਆਰ ਵਾਲਿਓ ਸੱਚ ਜਾਣਨਾ, ਉਸ ਵੇਲੇ ਮਾਂ ਗੁਜਰੀ ਕਹਿੰਦੀ ਹਾਂ ਮੈਂ ਜਰ ਨਾ ਜਾਣਦੀ ਹਾਂ। ਕਹਿੰਦੇ ਜਰ ਲਾਂਗੀ ਮੈਂ ਚਾਨਣ ਮੇਰਾ ਵੱਡਾ ਜੇਰਾ,
ਪੀੜਾਂ ਸਾਮਨ ਵਾਸਤੇ ਦਿਲ ਥਾਂ ਬਥੇਰਾ। ਕਹਿੰਦੇ ਮੇਰੇ ਦਿਲ ਵਿੱਚ ਬੜੀ ਜਗ੍ਹਾ ਹੈ, ਮੈਂ ਇਹ ਸਾਰੇ ਗਮ ਜਰ ਲਵਾਂਗੀ। ਕਹਿੰਦੇ ਪਤੀ ਤੋਰਿਆ ਪੜਦਿਆ ਵਾ ਭਾਣਾ ਤੇਰਾ। ਕਹਿੰਦੇ ਮੈਂ ਪਤੀ ਨੂੰ ਤੋਰਿਆ ਸੀ, ਕਿਹਾ ਸੀ ਅਕਾਲ ਪੁਰਖ ਵਾਹਿਗੁਰੂ ਤੇਰਾ ਭਾਣਾ ਹੈ। ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੇ। ਕਹਿੰਦੇ ਮੈਂ ਉਸ ਵੇਲੇ ਵੀ ਕਿਹਾ ਸੀ ਕਿ ਜੇ ਸੁਖ ਦੇਹੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਤਿਹਾਈ। ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਬਣਾਈ ਦਾਤਾ। ਮੈਂ ਦੁੱਖ ਵਿੱਚ ਵੀ ਸੁਖ ਰਵਾਂਗੀ, ਪਰ ਕਿਰਪਾ ਕਰੀ ਮੇਰੇ ਉੱਤੇ। ਕਹਿੰਦੇ ਪਤੀ ਤੋਰਿਆ ਪੜਦਿਆ ਵਾ ਭਾਣਾ ਤੇਰਾ। ਕਿਹੜਾ ਸੱਲ ਨਹੀਂ ਜਿਗਰ ਵਿੱਚ ਲਾ ਬੈਠਾ ਡੇਰਾ। ਕਹਿੰਦੇ ਕਿਹੜੀ ਪੀੜਾ ਨਹੀਂ ਜੇ ਮੇਰੇ ਜਿਗਰੇ ਵਿੱਚ ਨਹੀਂ ਹੈ। ਸਾਰੀਆਂ ਪੀੜਾਂ ਮੇਰੇ ਜਿਗਰੇ ਵਿੱਚ ਡੇਰਾ ਬਣਾ ਕੇ ਬੈਠੀਆਂ ਹੋਈਆਂ ਨੇ। ਔਰ ਇਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਲਾਲਾਂ ਦੇ ਨਾਲ। ਪਿਆਰ ਵੱਲ ਸੱਚ ਜਾਣਨਾ ਇਸ ਤਰੀਕੇ ਦੇ ਨਾਲ। ਹੁਣ ਜਦੋਂ ਸਾਹਿਬਜ਼ਾਦੇ ਜਾ ਰਹੇ ਨੇ, ਮਾਤਾ ਗੁਜਰੀ ਜੀ ਇੱਕ ਗੱਲ ਕਰਦੇ ਨੇ, ਕਿਉਂਕਿ ਉਸ ਵੇਲੇ ਦਾ ਜਿਹੜਾ ਖਿਆਲ ਸੋਹਣ ਸਿੰਘ ਸੀਤਲ ਨੇ ਬੜਾ ਪਿਆਰਾ ਲਿਖਿਆ। ਉਸ ਵੇਲੇ ਇੱਕ ਗੱਲ ਕਹਿੰਦੇ ਨੇ, ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ। ਆਪਣੀ ਨੂੰਹ ਰਾਣੀ ਨੂੰ ਆਵਾਜ਼ ਮਾਰਦੇ ਨੇ, ਜਿਹੜੀ ਫਤਿਹ ਸਿੰਘ ਨੂੰ 2 ਸਾਲਾਂ ਦੇ ਵਿੱਚ ਛੱਡ ਕੇ ਚਲੇ ਗਏ ਸਨ ਫਾਨੀ ਸੰਸਾਰ ਤੋਂ। ਉਹਨਾਂ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ, ਕਹਿੰਦੇ ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ, ਤੱਕ ਲੈ ਮੇਰੀ ਬੱਚੀਏ ਚੰਨ ਚੜ੍ਹਦੇ ਤਾਰੇ। ਮੇਰੀ ਬੱਚੀਏ ਦੇਖ ਇਹਨਾਂ ਨੂੰ ਕਿ ਅੱਜ ਇਹ ਬਰਾਤੇ ਚੜੇ ਨੇ, ਅੱਜ ਲਾੜੀ ਮੌਦਾਂ ਨਾਲ ਬਿਆਨ ਚੱਲੇ ਨੇ। ਆਪਣੇ ਪੁੱਤਾਂ ਨੂੰ ਦੇਖੇਂਗੀ ਨਹੀਂ ਤੂੰ? ਵੀ ਰੱਬ ਤੋਂ 2 ਮਿੰਟ ਉਧਾਰੇ ਲੈ ਕੇ, ਕੁਛ ਮਿੰਟ ਉਧਾਰੇ ਲੈ ਕੇ ਦੇਖਣ ਵਾਸਤੇ ਆ ਜਾ ਵੀ ਤੇਰੇ ਬੱਚਿਆਂ ਨੂੰ ਮੈਂ ਸਹੀ ਸਜਾਇਆ, ਕਲਗੀ ਠੀਕ ਲਾਈ ਹੈ, ਬਸ ਦਸਤਾਰਾਂ ਸਹੀ ਬੰਨੀਆਂ ਨੇ। ਅੱਗੇ ਵੇਖ ਲੈ ਕਹਿੰਦੇ ਇੱਕ ਵਾਰੀ। ਕਹਿੰਦੇ ਨੇ ਆ ਜਾ ਜੀਤੋ ਰਾਣੀ ਲੈ ਮਿੰਟ ਉਧਾਰੇ, ਤੱਕ ਲੈ ਮੇਰੀ ਬੱਚੀਏ ਚੰਨ ਚੜ੍ਹਦੇ ਤਾਰੇ। ਸੋਹਣੇ ਕਿੰਨੇ ਲੱਗਦੇ ਇਹ ਉਮਰ ਪਿਆਰੇ। ਛੋਟੀ ਛੋਟੀ ਉਮਰ ਦੇ ਕਿੰਨੇ ਪਿਆਰੇ ਲੱਗਦੇ ਨੇ ਸਾਹਿਬਜ਼ਾਦੇ। ਮਾਂ ਗੁਜਰੀ ਕਹਿ ਰਹੀ ਹੈ ਖਿਆਲਾਂ ਦੇ ਵਿੱਚ ਮਾਤਾ ਜੀਤੋ ਰਾਣੀ ਨੂੰ। ਕਹਿੰਦੇ ਨੇ ਟੁੱਟਣਗੇ ਅਜ ਅੰਬਰਾਂ ਤੋਂ ਰੋਸ਼ਨ ਤਾਰੇ, ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਧਿਆਰੇ। ਕਹਿੰਦੇ ਅੱਜ ਅੰਬਰਾਂ ਤੋਂ ਤਾਰੇ ਟੁੱਟਣਗੇ 2, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਧਿਆਰੇ, ਤੱਕ ਕੇ ਫਿੱਕੇ ਪੈਣਗੇ ਚੰਦ ਸੂਰਜ ਸਾਰੇ। ਕਹਿੰਦੇ ਇਹਨਾਂ ਦਾ ਚਿਹਰਾ ਤੱਕੇ ਤਾਂ ਚੰਦ ਸੂਰਜ ਉਹ ਵੀ ਫਿੱਕੇ ਪੈ ਜਾਣਗੇ। ਇਤਨੀ ਸੁੰਦਰਤਾ ਮੇਰੇ ਸਾਹਿਬਜ਼ਾਦਿਆਂ ਦੇ ਕੋਲ, ਇਹਨਾਂ ਛੋਟੇ ਛੋਟੇ ਲਾਲਾਂ ਦੇ ਕੋਲ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਕੋਲ। ਇਸ ਤਰ੍ਹਾਂ ਪਿਆਰ ਵੱਲੋਂ ਸੱਚ ਜਾਣਨਾ ਸਾਹਿਬਜ਼ਾਦੇ ਮਾਤਾ ਜੀ ਨੇ ਤੋਰ ਦਿੱਤੇ ਨੇ। ਕਚਹਿਰੀ ਵਿੱਚ ਪੇਸ਼ੀ ਹੋਣ ਤੋਂ ਬਾਅਦ ਨੀਹਾਂ ਵਿੱਚ ਚਿਣ ਦਿੱਤਾ ਗਿਆ। ਉਹਨਾਂ ਨੀਹਾਂ 'ਚੋਂ ਅੱਜ ਵੀ ਲਾਲ ਬੋਲਦੇ ਹੈ। ਨੀਹਾਂ ਵਿੱਚ ਪਹਿਲਾਂ ਜਿਉਂਦੇ ਚਿਣ ਦਿੱਤਾ ਗਿਆ। ਇਤਿਹਾਸਕਾਰ ਤਾਂ ਇੱਥੇ ਵੀ ਆਖਦੇ ਹਨ ਕਿ ਜਦੋਂ ਕਹਿੰਦੇ ਨੀਂਹ ਜਿਹੜੀ ਹੈ ਨਾ ਉਹ ਘੁੱਟਾਂ ਤੱਕ ਆਈ, ਉਸ ਵੇਲੇ ਛਿੱਲਣ ਲੱਗੇ ਨੇ। ਉਹ ਕਹਿਣ ਲੱਗੇ ਨਹੀਂ, ਇੱਟ ਨਹੀਂ ਤੋੜਨੀ, ਸਾਬਤ ਲਾਉਣੀ ਹੈ। ਔਰ ਇਸ ਤਰੀਕੇ ਦੇ ਨਾਲ ਕਹਿੰਦੇ ਕੰਧ ਕਰ ਦਿੱਤੀ ਗਈ। ਕੰਧ ਦੇ ਕੁਝ ਸਮਾਂ ਹੋਣ ਤੋਂ ਬਾਅਦ ਸਾਹਿਬਜ਼ਾਦੇ ਉਸ ਪਰਮਾਤਮਾ ਦੀ ਖੇਡ ਕਿ ਉਹ ਕੰਧ ਡਿੱਗ ਜਾਂਦੀ ਹੈ। ਸਾਹਿਬਜ਼ਾਦਿਆਂ ਨੂੰ ਹੋਸ਼ ਵਿੱਚ ਲਿਆਂਦਾ ਜਾਂਦਾ ਹੈ, ਦੁੱਧ ਪਿਲਾਇਆ ਜਾਂਦਾ ਹੈ। ਉਸ ਤੋਂ ਬਾਅਦ ਕਹਿੰਦੇ ਸਾਹਿਬਜ਼ਾਦਿਆਂ ਨੂੰ ਪੁੱਛਿਆ ਜਾਂਦਾ ਅਜੇ ਵੀ ਵਕਤ ਹੈ, ਇਸਲਾਮ ਨੂੰ ਕਬੂਲ ਕਰ ਲਓ। ਉਸ ਵੇਲੇ ਫਿਰ ਸਾਸਲ ਬੇਗ ਤੇ ਵਾਸਲ ਬੇਗ, ਇਹ 2 ਜਲਦਾਦ, ਇਹਨਾਂ ਨੇ ਸਾਹਿਬਜ਼ਾਦਿਆਂ ਨੂੰ ਛਾਤੀ ਦੇ ਕੋਟਾ ਰੱਖ ਕੇ ਨਾ ਔਰ ਛੁਰੇ ਦੇ ਨਾਲ ਦੋਨੇ ਸਾਹਿਬਜ਼ਾਦਿਆਂ ਨੂੰ ਜਿਵਾ ਕਰ ਦਿੱਤਾ। ਜਿਵਾ ਕਰ ਕਰਕੇ ਜਿਵੇਂ ਮੁਸਲਮਾਨ ਲੋਕ ਨਾ ਪਸ਼ੂਆਂ ਨੂੰ ਜਿਵਾ ਕਰਦੇ ਨੇ, ਹੌਲੀ ਹੌਲੀ ਉਹਨਾਂ ਦੇ ਗਲੇ ਦੇ ਉੱਤੇ ਛੁਰਾ ਚਲਾਉਂਦੇ ਨੇ। ਦੋਨੇ ਸਾਹਿਬਜ਼ਾਦਿਆਂ ਦੇ ਉੱਤੇ ਇਸ ਤਰ੍ਹਾਂ ਛੁਰਾ ਚਲਾਇਆ। ਕਹਿੰਦੇ ਬਾਬਾ ਜ਼ੋਰਾਵਰ ਸਿੰਘ ਤਾਂ ਉਸ ਵੇਲੇ ਫਤਿਹ ਬੁਲਾ ਗਏ। ਕਹਿੰਦੇ ਬਾਬਾ ਫਤਿਹ ਸਿੰਘ 12 ਮਿੰਟ ਤੜਫਦੇ ਰਹੇ, ਉਹਨਾਂ ਦੀਆਂ ਲੱਤਾਂ ਹਿਲਦੀਆਂ ਨਹੀਂ। ਪਿਆਰ ਵੱਲ ਸੱਚ ਜਾਣਨਾ, ਇਹ ਕਾਰਾ ਸਰਹੰਦ ਮਾਰੀ ਧਰਤੀ ਤੇ ਵਪਰਿਆ, ਜਿੱਥੇ ਕਿ ਇਹ ਕਾਰਾ ਹੀ ਨਹੀਂ ਵਰਤਿਆ। ਇਸ ਕਾਰੇ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਮੋਤੀ ਰਾਮ ਮਹਿਰਾ ਦਾ ਵੀ ਸਾਰਾ ਪਰਿਵਾਰ ਬਾਅਦ ਦੇ ਅੰਦਰ ਵਜ਼ੀਰ ਖਾਨ ਨੇ ਕੋਲੂ ਦੇ ਵਿੱਚ ਭੇਟ ਦਿੱਤਾ। ਉਹਨਾਂ ਦੀ ਮਾਤਾ ਲੱਧੋ ਨੂੰ, ਉਹਨਾਂ ਦੇ ਪੁੱਤਰ ਨਰਾਇਣ ਨੂੰ, ਉਹਨਾਂ ਦੀ ਬੀਬੀ ਭੋਈ ਨੂੰ, ਤੇ ਆਪ ਸਭ ਤੋਂ ਬਾਅਦ ਮੋਤੀ ਰਾਮ ਮਹਿਰਾ ਨੂੰ ਕੋਲੂ ਦੇ ਵਿੱਚ ਭੇਟ ਦਿੱਤਾ। ਦੂਜੇ ਪਾਸੇ ਅਸੀਂ ਦੇਖਦੇ ਹਾਂ ਇਸ ਸਾਦਤ ਤੋਂ ਬਾਅਦ ਕਿ ਜਿਸ ਤਰ੍ਹਾਂ ਸੰਸਕਾਰ ਕੀਤਾ ਜਾਂਦਾ ਹੈ, ਉਹ ਅੱਗੇ ਸਮਾਂ ਮਿਲੇਗਾ ਤੇ ਕਿਸੇ ਦਿਨ ਤੁਹਾਡੇ ਨਾਲ ਰਹਿੰਦੇ ਵਕਤ ਵਿੱਚ ਕਿਤੇ ਕੋਈ ਜ਼ਿਕਰਾ ਕਰਾਂਗੇ ਕਿ ਕਿਸ ਤਰ੍ਹਾਂ ਉਹ ਸਾਰੀ ਘਟਨਾਵਾਂ ਵਾਪਰੀਆਂ। ਔਰ ਉਹ ਦੇਖੋ ਧਰਤੀ ਜਿਹੜੀ ਹੈ ਨਾ, ਦੁਨੀਆ ਦੀ ਸਭ ਤੋਂ ਅਮੀਰ ਧਰਤੀ ਹੈ, ਜੋਤੀ ਸਰੂਪ।
जिस धरती ਨੂੰ खड़ी मोहरा करके खरीदिया। अज तक इतनी महंगी ना धरती कोई अज तक बिकी, ना धरती किसी ने खरीदी, ना बिकनी। दुनिया की सब तो महंगी धरती है ज्योति स्वरूप, जिथे साहिबजादा का संस्कार अते माता गुजर कौर जी का संस्कार होया। इस तरह ये सारा कारा वरतिया और साहिबजादे अपनी जिंदगी धर्म दे विच परपक रख के और साडे वास्ते पूरने पा गए। उस दिन तो खालसा पंथ सारे समाज में एक जागरता आई, लोग जागरूक होए, लोग अनख वास्ते जागे कि जे साहिबजादे इतनी बड़ी कुर्बानी कर सकते हैं तो असी क्यों लुकते फिरते हैं। उस वेले फिर समा बदलिया और जदों गुरु गोबिंद सिंह महाराज इस घटना को सुनते हैं, नूरा माही तो माछीवाड़े तो अगे जाके दीना कांगड़ दीना नगर जाके नूरा माही उसकी भैन नूरी इत्थे रहिंदी है और जो भेजते हैं भी तू जाके खबर लै, छोटे साहिबजादा की माता जी की कोई खबर नहीं है। उस वेले फिर गुरु गोबिंद सिंह महाराज जो खबर मिलती है जाके उत्थे एक गल कहते हैं, वह कह के दास समाप्ति करता है। महाराज कहते हैं कि बेटों के कत्ल होने की पहुँची यूं ही खबर, शुक्रिया अकाल पुरख का किया उठाकर सर। अज छोटे साहिबजादा की भी कतल होने की शहीद होने की खबर पहुँच गई है। बड़े साहिबजादे आप तोरे सन, छोटे साहिबजादे अज शहीद हो गए ने। कहने लगे अकाल पुरख वाहिगुरु तेरा शुकराना है, बेटों के कत्ल होने की पहुँची यूं ही खबर, शुक्रिया अकाल पुरख का किया उठाकर सर। अर्ज की आज मुझ पर से तेरी अमानत अदा हुई, बेटों की जान धर्म के खातर फिदा हुई। तेरा शुकराना है दाता भी मेरे बेटे जेडे ने वो धर्म कमाउंदे शहीद हो गए ने, उन्होंने धर्म नहीं छड्डिया। इस करके तेरा कोट कोट शुकराना। तेरी दात सी, अज तेरी दात सुरखरू रूप दे तेरे कोल पहुँच गई है, साबत दात तेरे कोल पहुँच गई। जिस तरह की तू दात मैनू दिती सी ना, ये दात उस तरह ही तेरा भाना मनते हुए तेरी रजा विच और तेरे धर्म च पक्के रहते हुए तेरे चरणों च विराजे ने। हे अकाल पुरख वाहिगुरु तेरा शुकराना। इस तरह ये सारा साका वरतिया। उन्होंने शहीदों को कोट कोट नमन जिन्होंने साढ़े वास्ते इतनी बड़ी कुर्बानी की। माता गुजरी जी को इतिहासकारों ने वख वख ख्याल रखे ने कि उत्थे सच उहदे विच ही प्राण त्याग दिते। ठंडे बुर्ज विच कई इतिहासकार का बनता है कि माता जी ने उत्थे धक्का दे के 140 फुट थले सिट दिता गया और इस तरह माता गुजरी जी भी उत्थे शहीद हो गए। उन्हों दी सादतां नूं नमन जिन्हां करके ये धर्म खलोता है, असी खलोते हाँ। इस करके उन्होंने कुर्बान चाहिए। इतने बचन प्रमाण मेरिया भुलां मेरी झोली विच आओ अरदास करिए। सरबत के भले लई गुरु साहब सब ते कृपा कर अपना मेहरदात रखन। साध संगत नूं बेनती है आने वाले सारे गुरमत समागम जिहड़े ने ये 30 तरीक तक लगातार इस तरह ही चलने हैं। इन्हां समागमां विच आप जी हाज़रियां भरो अते गुरु पिता जी दी रहमतां दे पात्र बनो। कल सवेरे आप संगतां नूं बेनती है कि विशेष तौर तो शहीदां दी याद दे विच विशेष प्रभात फेरी 25 तरीक कल सवेरे का समय 5 बजे का आप सारे ने परिवार सहित पहुँचने की कृपालता करनी। 5 बजे ये प्रभात फेरी आरंभ होएगी। नेड़े ही गेड़ा लाने तो बाद गुरु घर में बैठ के सबदी कीर्तन सारिया संगतां रल मिल के करनगियां। आप सारिਆਂ ने सवेरे दर्शन देने की कृपालता करनी जी। वाहिगुरू जी का खालसा वाहिगुरू जी की फतेह।